ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰ ਸੇਵਾ ਪੰਥ ਤੇ ਸਰਕਾਰ ਆਮੋ ਸਾਹਮਣੇ ਦੇ ਬਾਰੇ ਵਿਚਾਰ ਸਾਂਝੇ ਕਰਾਂਗੇ। ਉਸ ਵੇਲੇ ਕਾਰ ਸੇਵਾ ਦੇ ਖੇਤਰ ਵਿੱਚ ਬਾਬਾ ਖੜਕ ਸਿੰਘ ਜੀ ਦਾ ਪੂਰਾ ਨਾਂ ਬਣਿਆ ਹੋਇਆ ਸੀ। ਉਹ ਅੰਮ੍ਰਿਤਸਰ ਦੇ ਪਵਿੱਤਰ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਤੇ ਨਵੀਂ ਉਸਾਰੀ ਦੀ ਸੇਵਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰ ਰਹੇ ਸਨ, ਜਿਸ ਸਦਕਾ ਉਹਨਾਂ ਨੂੰ ਸਿੱਖ ਜਗਤ ਅੰਦਰ ਭਾਰੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਇਸ ਕਰਕੇ ਸਰਦਾਰ ਬੂਟਾ ਸਿੰਘ ਤੇ ਤਰਲੋਚਨ ਸਿੰਘ ਨੇ ਸਭ ਤੋਂ ਪਹਿਲਾਂ ਬਾਬਾ ਜੀ ਤੱਕ ਪਹੁੰਚ ਕੀਤੀ। ਉਹ ਕਾਰ ਸੇਵਾ ਦੇ ਨਾਂ ਹੇਠ ਬਾਬਾ ਜੀ ਕੋਲੋਂ ਭਾਰਤੀ ਹਾਕਮਾਂ ਦੇ ਪਾਪਾਂ ਦੀ ਮੈਲ ਧੋਣਾ ਚਾਹੁੰਦੇ ਸਨ, ਪਰ ਬਾਬਾ ਜੀ ਉਸ ਵੇਲੇ ਗੁੱਸੇ ਵਿੱਚ ਭਰੇ ਹੋਏ ਸਨ। ਦਰਬਾਰ ਸਾਹਿਬ ਉੱਤੇ ਹਮਲੇ ਦਾ ਵੀ ਉਹਨਾਂ ਨੂੰ ਕੋਈ ਘੱਟ ਦੁੱਖ ਨਹੀਂ ਸੀ ਪੁੱਜਾ, ਪਰ ਫੌਜ ਨੇ ਜ਼ੁਲਮ ਦਾ ਜੋ ਤਾਂਡਵ ਨਾਚ ਡੇਰਾ ਬਾਬਾ ਸ਼ਾਮ ਸਿੰਘ ਜੀ ਵਿੱਚ ਨੱਚਿਆ, ਉਸ ਨੇ ਬਾਬਾ ਜੀ ਦਾ ਹਿਰਦਾ ਲਹੂ ਕੇ ਰੱਖ ਦਿੱਤਾ ਸੀ। 70 ਸਾਲਾਂ ਤੋਂ ਇਹ ਪਰੰਪਰਾ ਤੁਰੀ ਆ ਰਹੀ ਸੀ ਕਿ ਡੇਰਾ ਬਾਬਾ ਸ਼ਾਮ ਸਿੰਘ ਜੀ ਦੇ ਸੇਵਾਦਾਰ ਹਰ ਰੋਜ਼ ਅੰਮ੍ਰਿਤ ਵੇਲੇ ਜਦ ਹਰਿਮੰਦਰ ਸਾਹਿਬ ਦੇ ਕਿਵਾੜ ਖੁੱਲ੍ਹਦੇ ਹਨ, ਡੇਰੇ ਤੋਂ ਪ੍ਰਸਾਦ ਲੈ ਕੇ ਜਾਂਦੇ ਹਨ। ਪਰ 8 ਜੂਨ ਨੂੰ ਫੌਜ ਨੇ ਬਾਬਾ ਜੀ ਦੇ ਡੇਰੇ ਉੱਤੇ ਕਹਿਰ ਭਰਿਆ ਹੱਲਾ ਬੋਲ ਦਿੱਤਾ ਅਤੇ ਭਾਰੀ ਭੰਨ ਤੋੜ ਤੇ ਕੁੱਟ ਕਟਾਪੇ ਤੋਂ ਇਲਾਵਾ ਸ਼ਾਂਤੀ ਦੇ ਪੁੰਜ 10 ਸੇਵਕਾਂ ਨੂੰ ਬਿਨਾਂ ਵਜ੍ਹਾ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਬਾਬਾ ਜੀ ਇਸ ਉਪੱਦਰ ਨੂੰ ਕਿਵੇਂ ਭੁੱਲ ਸਕਦੇ ਸਨ ਅਤੇ ਇਹ ਵਹਿਸ਼ੀ ਕਾਰਾ ਕਰਵਾਉਣ ਵਾਲੇ ਹਾਕਮਾਂ ਨੂੰ ਸਹਿਯੋਗ ਦੇਣ ਦਾ ਪਾਪ ਉਹ ਆਪਣੇ ਸਿਰ ਉੱਤੇ ਕਿਵੇਂ ਚੜ੍ਹਾ ਸਕਦੇ ਸਨ। ਸੋ ਉਹਨਾਂ ਨੇ ਸਰਦਾਰ ਬੂਟਾ ਸਿੰਘ ਤੇ ਤਰਲੋਚਨ ਸਿੰਘ ਦੀ ਜੋੜੀ ਨੂੰ ਫਿਟਕਾਰਾਂ ਪਾ ਕੇ ਬਰੰਗ ਮੋੜ ਦਿੱਤਾ। ਬਾਬਾ ਜੀ ਨੇ ਬੂਟਾ ਸਿੰਘ ਨੂੰ ਲਾਹਨਤ ਪਾਉਂਦਿਆਂ ਪੁੱਛਿਆ, ਦਰਬਾਰ ਸਾਹਿਬ ਉੱਤੇ ਟੈਂਕ ਚਾੜ ਕੇ ਹੁਣ ਤੂੰ ਮੇਰੇ ਕੋਲੋਂ ਕਿਹੜਾ ਮੂੰਹ ਲੈ ਕੇ ਆਇਆ ਹੈ? ਬੂਟਾ ਜੀ ਨੇ ਬਾਬਾ ਜੀ ਨੂੰ ਕਾਰ ਸੇਵਾ ਲਈ ਰਜ਼ਾਮੰਦ ਕਰਨ ਦੇ ਕਈ ਯਤਨ ਕੀਤੇ, ਕਈ ਸਿਫਾਰਸ਼ਾਂ ਪਾਈਆਂ ਗਈਆਂ, ਪਰ ਬਾਬਾ ਜੀ ਇੱਕੋ ਗੱਲ ਤੇ ਦ੍ਰਿੜ ਰਹੇ ਕਿ ਮੈਂ ਜੋ ਕਰਨਾ ਹੋਇਆ ਪੰਥ ਦੇ ਤੁਹਾਡੇ ਕਹੇ ਨਹੀਂ। ਇਸ ਤਰ੍ਹਾਂ ਇੱਥੇ ਫਿਰ ਭਾਰਤੀ ਹਾਕਮਾਂ ਸਾਹਮਣੇ ਸਿੰਘ ਸਾਹਿਬਾਨ ਦੇ ਜ਼ਰੂਰੀ ਸਹਿਯੋਗ ਦੀ ਲੋੜ ਖੜੀ ਹੋ ਗਈ ਸੀ, ਕਿਉਂਕਿ ਬਾਬਾ ਜੀ ਦੀਆਂ ਗੱਲਾਂ ਬਾਤਾਂ ਤੋਂ ਉਹਨਾਂ ਨੂੰ ਇਹ ਸੰਕੇਤ ਮਿਲ ਗਿਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਿੰਘ ਸਾਹਿਬਾਨ ਦੁਆਰਾ ਬੇਨਤੀ ਕੀਤੇ ਜਾਣ ਤੇ ਕਾਰ ਸੇਵਾ ਕਰਨ ਲਈ ਰਜ਼ਾਮੰਦ ਹੋ ਸਕਦੇ ਹਨ। ਭਾਰਤੀ ਹਾਕਮ ਸਿੱਖ ਜਨਤਾ ਦਾ ਰੋਹ ਵੇਖ ਕੇ ਇੰਨੇ ਭੈਭੀਤ ਹੋ ਗਏ ਸਨ ਕਿ ਉਹ ਜਿੰਨੀ ਜਲਦੀ ਤੇ ਜਿਸ ਤਰ੍ਹਾਂ ਵੀ ਹੋ ਸਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹਿਲੇ ਸਰੂਪ ਵਿੱਚ ਲੈ ਆਉਣਾ ਚਾਹੁੰਦੇ ਸਨ। ਪੈਦਾ ਹੋਈ ਇਸ ਨਵੀਂ ਹਾਲਤ ਦੇ ਸਨਮੁਖ ਉਹਨਾਂ ਨੂੰ ਅਕਾਲੀ ਲੀਡਰਸ਼ਿਪ ਬਾਰੇ ਆਪਣੀ ਪੂਰਵ ਕਲਪੀ ਨੀਤੀ ਤੇ ਯੋਜਨਾ ਨੂੰ ਨਵੀਂ ਤਰਤੀਬ ਦੇਣ ਲਈ ਮਜਬੂਰ ਹੋਣਾ ਪਿਆ। ਜਿੱਥੇ ਪਹਿਲਾਂ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਰਾਜਸੀ ਤੌਰ ਤੇ ਮਲੀਆ ਮੇਟ ਕਰਨ ਅਤੇ ਇਸ ਮੰਤਵ ਦੀ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਕੋਈ ਬੋਰਡ ਆਦਿ ਬਣਾਏ ਜਾਣ ਦੀ ਨੀਤ ਧਾਰ ਰੱਖੀ ਹੋਈ ਸੀ, ਉੱਥੇ ਹੁਣ ਨਵੀਂ ਸਥਿਤੀ ਦੇ ਸਨਮੁਖ ਉਹਨਾਂ ਨੇ ਅਕਾਲੀ ਲੀਡਰਸ਼ਿਪ ਅੰਦਰਲੇ ਸਰਕਾਰ ਵਿਰੋਧੀ ਸਮਝੇ ਜਾਂਦੇ ਵਰਗ ਨੂੰ ਸਖਤੀ ਨਾਲ ਦਬਾ ਦੇਣ ਅਤੇ ਸਰਕਾਰ ਪੱਖੀ ਝੁਕਾਓ ਰੱਖਣ ਵਾਲੇ ਵਰਗ ਨੂੰ ਵਤਿਆਉਣ ਤੇ ਹੱਲਾਸ਼ੇਰੀ ਦੇਣ ਦੀ ਚਤਰ ਰਣਨੀਤੀ ਅਪਣਾ ਲਈ ਸੀ। ਇਸ ਰਣਨੀਤੀ ਤਹਿਤ ਉਹਨਾਂ ਨੇ ਸਿੰਘ ਸਾਹਿਬਾਨ ਉੱਤੇ ਡੋਰੇ ਪਾਉਣ ਦੇ ਯਤਨ ਵਿੱਚ ਭਾਰੀ ਤੇਜ਼ੀ ਲੈ ਆਂਦੀ। ਖੁਦ ਗਿਆਨੀ ਕਿਰਪਾਲ ਸਿੰਘ ਦੀ ਲਿਖਤ ਵਿੱਚੋਂ ਭਾਰਤ ਸਰਕਾਰ ਦੇ ਇਨ੍ਹਾਂ ਯਤਨਾਂ ਪ੍ਰਤੀ ਸਿੰਘ ਸਾਹਿਬਾਨ ਦੇ ਹੁੰਗਾਰੇ ਦੀ ਜੋ ਤਸਵੀਰ ਉੱਭਰਦੀ ਹੈ ਉਹ ਇਸ ਪ੍ਰਕਾਰ ਹੈ। ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਸਵੇਰੇ ਅੰਮ੍ਰਿਤਸਰ ਆ ਜਾਂਦੇ ਸਨ ਤੇ ਸ਼ਾਮ ਨੂੰ ਵਾਪਸ ਦਿੱਲੀ ਪਰਤ ਜਾਂਦੇ ਸਨ। 15 ਜੂਨ ਦੀ ਰਾਤ ਨੂੰ 9 ਵਜੇ ਸਾਹਿਬਾਨ ਦੀ ਮੀਟਿੰਗ ਬੁਲਾਈ। ਮੈਂ ਤੇ ਗਿਆਨੀ ਸਾਹਿਬ ਸਿੰਘ ਹਾਜ਼ਰ ਹੀ ਸਾਂ। ਸੰਤ ਲੱਖਾ ਸਿੰਘ ਜੀ ਵੀ ਸਾਡੇ ਪਾਸ ਹੀ ਸਨ। ਗਿਆਨੀ ਹਰਚਰਨ ਸਿੰਘ ਜੀ ਮਹਾਲੋ ਨੂੰ ਬੂਟਾ ਸਿੰਘ ਨੇ ਆਪਣੇ ਸਾਧਨਾਂ ਰਾਹੀਂ ਅਨੰਦਪੁਰ ਮੰਗਵਾ ਲਿਆ ਸੀ। ਫੌਜੀਆਂ ਨੂੰ ਕਹਿ ਕੇ ਗਿਆਨੀ ਪ੍ਰੀਤਮ ਸਿੰਘ ਨੂੰ ਜੇਲ੍ਹ 'ਚੋਂ ਮੰਗਵਾ ਲਿਆ ਸੀ। 5 ਸਿੰਘ ਸਾਹਿਬਾਨ ਨਾਲ ਰਾਤ ਦੇ 9 ਤੋਂ 11 ਵਜੇ ਤੱਕ ਮੀਟਿੰਗ ਹੋਈ। ਮੀਟਿੰਗ ਵਿੱਚ ਬੂਟਾ ਸਿੰਘ ਤੋਂ ਇਲਾਵਾ ਜਨਰਲ ਦਿਆਲ, ਜਨਰਲ ਬਰਾੜ, ਜਨਰਲ ਜੰਮਵਾਲ ਤੇ ਹੋਰ ਸੀਨੀਅਰ ਫੌਜੀ ਸਰਕਾਰ ਵੱਲੋਂ ਸ਼ਾਮਿਲ ਹੋਏ। ਜ਼ਿਆਦਾ ਵਿਚਾਰ ਵਟਾਂਦਰਾ ਵਰਤਮਾਨ ਅਣਸੁਖਾਵੇ ਹਾਲਾਤ ਨੂੰ ਸੁਖਾਵੇ ਬਣਾਉਣ ਤੇ
ਸ੍ਰੀ ਅਕਾਲ ਤਖਤ ਸਾਹਿਬ ਦੀ ਮੁਰੰਮਤ ਦਾ ਨਵ ਉਸਾਰੀ ਬਾਰੇ ਹੁੰਦਾ ਰਿਹਾ। ਅਸੀਂ ਕਿਹਾ ਕਿ ਸੇਵਾ ਬਾਬਾ ਖੜਗ ਸਿੰਘ ਜੀ ਨੂੰ ਸੌਂਪੀ ਜਾਵੇ। ਅਸੀਂ ਕਿਹਾ ਕਿ ਬਾਬਾ ਹਰਬੰਸ ਸਿੰਘ ਤੇ ਕਰਨੈਲ ਸਿੰਘ ਦਿੱਲੀ ਵਾਲਿਆਂ ਨੂੰ ਬੇਨਤੀ ਕੀਤੀ ਜਾਵੇ, ਜੇ ਉਹ ਹਾਂ ਕਹਿਣ ਤਾਂ ਸੇਵਾ ਉਹਨਾਂ ਨੂੰ ਸੌਂਪੀ ਜਾਵੇ। ਅਸੀਂ ਪੰਜ ਸਾਹਿਬਾਨ ਦੇ ਦਸਤਖਤਾਂ ਹੇਠ ਬਾਬਾ ਹਰਬੰਸ ਸਿੰਘ ਨੂੰ ਸੰਖੇਪ ਅੱਖਰਾਂ ਵਿੱਚ ਪੱਤਰ ਲਿਖਿਆ। ਬਾਬਾ ਜੀ ਨੂੰ ਛੇਤੀ ਤੋਂ ਛੇਤੀ ਅੰਮ੍ਰਿਤਸਰ ਲਿਆਉਣ ਹਿੱਤ ਅਸਾਂ ਉਹ ਪੱਤਰ ਸਰਦਾਰ ਬੂਟਾ ਸਿੰਘ ਨੂੰ ਦੇ ਕੇ ਉਹਨਾਂ ਦੀ ਡਿਊਟੀ ਲਾਈ ਕਿ ਬਾਬਾ ਜੀ ਨੂੰ ਲਿਆਉਣ ਦਾ ਕਾਰਜ ਵੀ ਤੁਸੀਂ ਸਰਕਾਰੀ ਸਾਧਨਾਂ ਰਾਹੀਂ ਕਰਨਾ ਤੇ ਉਹਨਾਂ ਦੇ ਨਾਲ ਹੀ ਆਪ ਵੀ ਆ ਜਾਣਾ। ਉਪਰੋਕਤ ਬਿਰਤਾਂਤ ਤੋਂ ਪਤਾ ਚੱਲਦਾ ਹੈ ਕਿ ਉਦੋਂ ਤੱਕ ਸਿੰਘ ਸਾਹਿਬਾਨ ਕਾਰ ਸੇਵਾ ਦੇ ਮਸਲੇ ਤੇ ਸਰਕਾਰ ਨਾਲ ਗੱਲ ਲਗਭਗ ਇਕਸੁਰ ਸਨ। ਉਹਨਾਂ ਦੀ ਸਰਦਾਰ ਬੂਟਾ ਸਿੰਘ ਨਾਲ ਸੰਮਤੀ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਬੂਟਾ ਸਿੰਘ ਇੰਦਰਾ ਗਾਂਧੀ ਦੀਆਂ ਹਦਾਇਤਾਂ ਉੱਤੇ ਮੀਟਿੰਗ ਬੁਲਾਉਂਦਾ ਹੈ। ਉਹ ਆਪਣੇ ਯਤਨਾਂ ਨਾਲ ਤੇ ਆਪਣੇ ਸਾਧਨਾਂ ਰਾਹੀਂ ਸਿੰਘ ਸਾਹਿਬਾਨ ਨੂੰ ਅਲੱਗ-ਅਲੱਗ ਥਾਵਾਂ ਤੋਂ ਮੀਟਿੰਗ ਵਿੱਚ ਲੈ ਕੇ ਆਉਂਦਾ ਹੈ। ਸਿੰਘ ਸਾਹਿਬਾਨ ਬੂਟਾ ਸਿੰਘ ਦੇ ਹੱਥ ਬਾਬਾ ਹਰਬੰਸ ਸਿੰਘ ਨੂੰ ਪੱਤਰ ਭੇਜਦੇ ਹਨ ਅਤੇ ਉਸ ਨੂੰ ਬਾਬਾ ਜੀ ਸਮੇਤ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਨਿਉਂਦਾ ਦਿੰਦੇ ਹਨ। ਉਸ ਤੋਂ ਬਾਅਦ ਜੋ ਹੋਇਆ ਉਸ ਦਾ ਵਰਣਨ ਗਿਆਨੀ ਜੀ ਨੇ ਇਸ ਤਰ੍ਹਾਂ ਕੀਤਾ ਹੈ। 17 ਜੂਨ ਦੀ ਦੁਪਹਿਰ ਨੂੰ ਹਵਾਈ ਜਹਾਜ਼ ਰਾਹੀਂ ਸਰਦਾਰ ਬੂਟਾ ਸਿੰਘ ਦਿੱਲੀ ਤੋਂ ਸੰਤ ਬਾਬਾ ਹਰਬੰਸ ਸਿੰਘ ਤੇ ਬਾਬਾ ਕਰਨੈਲ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚੇ। 5 ਵਜੇ ਸ਼ਾਮ ਨੂੰ ਦਰਸ਼ਨੀ ਡਿਓੜੀ ਦੇ ਨਾਲ ਲੱਗਦੇ ਹੈੱਡ ਗ੍ਰੰਥੀ ਸਾਹਿਬ ਦੇ ਦਫ਼ਤਰ ਵਿੱਚ ਜਦ ਅਸਾਂ ਬਾਬਾ ਹਰਬੰਸ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਰਸ਼ਨੀ ਡਿਓੜੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਪ੍ਰਵਾਨਗੀ ਦੇਣ ਲਈ ਕਿਹਾ ਤਾਂ ਬਾਬਾ ਹਰਬੰਸ ਸਿੰਘ ਨੇ, ਜਿਨ੍ਹਾਂ ਨੇ ਅੱਜ ਪਹਿਲੇ ਦਿਨ ਹੋਈ ਤਬਾਹੀ ਨੂੰ ਤੱਕਿਆ ਸੀ, ਗੁੱਸੇ ਵਿੱਚ ਆ ਕੇ ਪਹਿਲਾਂ ਉਹਨਾਂ ਨੇ ਸਰਦਾਰ ਬੂਟਾ ਸਿੰਘ ਤੇ ਗਿਆਨੀ ਜੈਲ ਸਿੰਘ ਨੂੰ ਬੜੇ ਸਖਤ ਸ਼ਬਦ ਕਹੇ ਕਿ ਤੁਹਾਡੇ ਦੋਹਾਂ ਦੇ ਸਰਕਾਰ ਵਿੱਚ ਐਡੇ ਵੱਡੇ ਅਹੁਦਿਆਂ 'ਤੇ ਹੁੰਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਫੌਜ ਰਾਹੀਂ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਇੰਨੀ ਤਬਾਹੀ ਹੋਈ ਹੈ, ਤੁਸੀਂ ਆਪਣੇ ਆਪ ਨੂੰ ਕਲੰਕ ਲਗਵਾ ਲਿਆ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਨੂੰ ਰੋਸ ਵਜੋਂ ਅਹੁਦੇ ਛੱਡ ਦੇਣੇ ਚਾਹੀਦੇ ਹਨ। ਫਿਰ ਬਾਬਾ ਜੀ ਸਾਨੂੰ ਮੁਖਾਤਿਬ ਹੋ ਕੇ ਕਹਿਣ ਲੱਗੇ ਕਿ ਸਿੰਘ ਸਾਹਿਬ ਜੀ, ਪਹਿਲਾਂ ਇਹਨਾਂ ਸਰਕਾਰੀਆਂ ਨੂੰ ਸਾਰੇ ਗੁਰਦੁਆਰੇ ਢਾਹ ਲੈਣ ਦਿਓ, ਫਿਰ ਇਕੱਠੇ ਹੀ ਸਾਰੇ ਗੁਰਦੁਆਰੇ ਬਣਾ ਲਵਾਂਗੇ। ਪਰ ਇਸ ਦੇ ਬਾਵਜੂਦ ਬੂਟਾ ਸਿੰਘ ਨੇ ਸਿੰਘ ਸਾਹਿਬ ਦੇ ਸਿਰ ਤੇ ਬਹਿ ਕੇ ਉਹਨਾਂ ਕੋਲੋਂ ਬਾਬਾ ਹਰਬੰਸ ਸਿੰਘ ਨੂੰ ਕਾਰ ਸੇਵਾ ਕਰਨ ਵਾਸਤੇ ਲਿਖਤੀ ਬੇਨਤੀ ਪੱਤਰ ਲਿਖਵਾ ਲਿਆ। ਇਸ ਪੱਤਰ ਦੇ ਜਵਾਬ ਵਿੱਚ ਬਾਬਾ ਜੀ ਨੇ 19 ਜੂਨ ਨੂੰ ਬੂਟਾ ਸਿੰਘ ਦੇ ਹੱਥ ਹੀ ਸਿੰਘ ਸਾਹਿਬਾਨ ਦੇ ਨਾਂ ਲਿਖਤੀ ਪੱਤਰ ਭੇਜਿਆ, ਜਿਸ ਵਿੱਚ ਉਹਨਾਂ ਕਾਰ ਸੇਵਾ ਦੀ ਬੇਨਤੀ ਪ੍ਰਵਾਨ ਕਰਨ ਲਈ ਆਪਣੇ ਵੱਲੋਂ 2 ਸ਼ਰਤਾਂ ਜੋੜ ਦਿੱਤੀਆਂ। ਇੱਕ ਤਾਂ ਇਹ ਕਿ ਉਹ ਕਾਰ ਸੇਵਾ ਬਾਬਾ ਖੜਗ ਸਿੰਘ ਜੀ ਦੇ ਸਹਿਯੋਗ ਨਾਲ ਹੀ ਕਰ ਸਕਣਗੇ। ਦੂਜਾ, ਉਹ ਸੇਵਾ ਤਦ ਸ਼ੁਰੂ ਕਰਨਗੇ ਜਦ ਸਰਕਾਰ ਫੌਜ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢ। ਇਸ ਨਾਲ ਮਗਰਲੀ ਸ਼ਰਤ ਨਾਲ ਖਾਸ ਕਰਕੇ ਭਾਰਤ ਸਰਕਾਰ ਕਸੂਤੀ ਹਾਲਤ ਵਿੱਚ ਫਸ ਗਏ ਭਾਰਤੀ ਹਾਕਮ ਅਕਾਲ ਤਖਤ ਸਾਹਿਬ ਦੀ ਨਵ ਉਸਾਰੀ ਤੋਂ ਪਹਿਲਾਂ ਫੌਜ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢਣ ਦਾ ਖਤਰਾ ਮੁੱਲ ਨਹੀਂ ਸੀ ਲੈ ਸਕਦੇ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਤੇ ਸਿੰਘ ਸਾਹਿਬਾਨ ਅਕਾਲ ਤਖਤ ਦੀ ਅੱਧ ਢੱਠੀ ਇਮਾਰਤ ਨੂੰ ਗਿਰਾ ਕੇ ਇਸ ਦੀ ਨਵੇਂ ਸਿਰਿਓਂ ਉਸਾਰੀ ਕਰਨ ਬਾਰੇ ਸਰਕਾਰੀ ਤੇ ਫੌਜੀ ਅਧਿਕਾਰੀਆਂ ਨੂੰ ਆਪਣੇ ਵੱਲੋਂ ਪੂਰਨ ਵਿਸ਼ਵਾਸ ਦਿਵਾ ਚੁੱਕੇ ਸਨ ਕਿ ਸਰਕਾਰ ਨੂੰ ਜਿੱਥੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਨੇਕ ਨੀਤੀ ਉੱਤੇ ਕੋਈ ਸ਼ੱਕ ਨਹੀਂ ਸੀ, ਉੱਥੇ ਸਿੱਖ ਜਨਤਾ ਅੰਦਰ ਉਹਨਾਂ ਦੀ ਪੜ੍ਹਤ ਬਾਰੇ ਉਹਨਾਂ ਦੇ ਮਨਾਂ ਅੰਦਰ ਗੰਭੀਰ ਸ਼ੰਕੇ ਪੈਦਾ ਹੋ ਗਏ ਸਨ। ਸਰਕਾਰੀ ਅਧਿਕਾਰੀ ਖਾਸ ਕਰਕੇ ਫੌਜੀ ਜਰਨੈਲ ਇਹ ਵਿਸ਼ਵਾਸ ਕਰਨ ਲਈ ਰਾਜੀ ਨਹੀਂ ਸਨ ਕਿ ਫੌਜ ਨੂੰ ਪਾਸੇ ਹਟਾ ਲੈਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸਿੰਘ ਸਾਹਿਬਾਨ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਿੱਖ ਜਨਤਾ ਨੂੰ ਆਪਣੇ ਕਹੇ ਅਤੇ ਕੰਟਰੋਲ ਵਿੱਚ ਰੱਖ ਸਕਣਗੇ। ਸਰਕਾਰ ਨੂੰ ਡਰ ਸੀ ਕਿ ਰੋਹ ਵਿੱਚ ਆਈਆਂ ਸਿੱਖ ਸੰਗਤਾਂ ਨੇ ਸਿੰਘ ਸਾਹਿਬਾਨ ਤੇ ਕਾਰ ਸੇਵਾ ਵਾਲੇ ਬਾਬਿਆਂ ਦੀ ਇੱਕ ਨਹੀਂ ਸੁਣਨੀ ਅਤੇ ਉਹ ਉਹਨਾਂ ਨੂੰ ਅੱਧ ਢੱਠੇ ਅਕਾਲ ਤਖਤ ਸਾਹਿਬ ਨੂੰ ਭਾਰਤੀ ਹਾਕਮਾਂ ਦੇ ਜ਼ੁਲਮਾਂ ਦੀ ਯਾਦਗਾਰ ਤੌਰ ਤੇ ਸਾਂਭ ਕੇ ਰੱਖਣ ਲਈ ਮਜਬੂਰ ਕਰ ਦੇਣਗੀਆਂ। ਇਸ ਗੱਲ ਤੋਂ ਭਾਰਤੀ ਹਾਕਮਾਂ ਨੂੰ ਮੌਤ ਵਰਗਾ ਡਰ ਆਉਂਦਾ ਸੀ।
ਉਹ ਚਾਹੁੰਦੇ ਸਨ ਕਿ ਛੇਤੀ ਤੋਂ ਛੇਤੀ ਢੱਠੀ ਹੋਈ ਇਮਾਰਤ ਨੂੰ ਗਿਰਾ ਕੇ ਥਾਂ ਪੱਧਰਾ ਕਰ ਦਿੱਤਾ ਜਾਵੇ ਤਾਂ ਕਿ ਸ੍ਰੀ ਅਕਾਲ ਤਖ਼ਤ ਦੀ ਤਬਾਹ ਹੋਈ ਇਮਾਰਤ ਸਿੱਖ ਸੰਗਤਾਂ ਵੇਖ ਨਾ ਸਕਣ। ਸੋ ਜਿੰਨਾ ਚਿਰ ਤੱਕ ਅਕਾਲ ਤਖ਼ਤ ਸਾਹਿਬ ਦੀ ਅੱਧ ਢੱਠੀ ਇਮਾਰਤ ਨੂੰ ਗਿਰਾ ਕੇ ਪੱਧਰਾ ਨਹੀਂ ਸੀ ਕੀਤਾ ਜਾਂਦਾ ਅਤੇ ਇਸ ਦੀ ਜਗ੍ਹਾ ਨਵਾਂ ਢਾਂਚਾ ਨਹੀਂ ਸੀ ਉਸਾਰ ਦਿੱਤਾ ਜਾਂਦਾ, ਉਨੀ ਦੇਰ ਤੱਕ ਸਰਕਾਰ ਫੌਜ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢਣ ਦੀ ਸ਼ਰਤ ਮੰਨਣ ਲਈ ਤਿਆਰ ਨਹੀਂ ਸੀ। ਦੂਜੇ ਪਾਸੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਇਸ ਮਸਲੇ 'ਤੇ ਕੁੜੀਕੀ ਵਿੱਚ ਫਸੇ ਮਹਿਸੂਸ ਕਰ ਰਹੇ ਸਨ। 19 ਜੂਨ ਤੱਕ ਜਦੋਂ ਬਾਬਾ ਹਰਬੰਸ ਸਿੰਘ ਨੇ ਸਿੰਘ ਸਾਹਿਬਾਨ ਨੂੰ ਲਿਖੇ ਆਪਣੇ ਖੱਤ ਵਿੱਚ ਫੌਜ ਬਾਹਰ ਕੱਢਣ ਦੀ ਸ਼ਰਤ ਰੱਖ ਦਿੱਤੀ ਸੀ, ਸਿੰਘ ਸਾਹਿਬਾਨ ਨੇ ਫੌਜ ਦੀ ਮੌਜੂਦਗੀ ਵਿੱਚ ਕਾਰ ਸੇਵਾ ਕਰਨ ਉੱਤੇ ਆਪਣੀ ਤਰਫੋਂ ਕੋਈ ਵਿਰੋਧ ਜਾਂ ਇਤਰਾਜ਼ ਨਹੀਂ ਸੀ ਜਤਾਇਆ। ਪਰ ਹੁਣ ਜਦੋਂ ਇਹ ਮਸਲਾ ਜੱਗ ਜ਼ਾਹਰ ਹੋ ਗਿਆ ਸੀ ਤਾਂ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਲਈ ਇਸ ਨੂੰ ਅੱਖੋਂ ਪਰੋਖੇ ਕਰਨਾ ਮੁਸ਼ਕਿਲ ਹੋ ਗਿਆ ਸੀ। ਸਿੱਖ ਜਗਤ ਵਿੱਚ ਉਹਨਾਂ ਬਾਰੇ ਪਹਿਲਾਂ ਹੀ ਸਰਕਾਰ ਨਾਲ ਚੋਰ ਸਾਂਝਾ ਰੱਖਣ ਦਾ ਪ੍ਰਭਾਵ ਬਣਿਆ ਹੋਇਆ ਸੀ। ਜੇਕਰ ਉਹ ਇਸ ਮਸਲੇ 'ਤੇ ਵੀ ਸਰਕਾਰ ਅੱਗੇ ਗੋਡੇ ਟੇਕ ਦਿੰਦੇ ਸਨ ਤਾਂ ਇਸ ਨਾਲ ਸਿੱਖ ਜਨਤਾ ਅੰਦਰ ਉਹਨਾਂ ਖਿਲਾਫ ਹੋਰ ਵੱਧ ਭਾਰੀ ਰੋਹ ਤੇ ਵਿਦਰੋਹ ਖੜਾ ਹੋ ਜਾਣਾ ਸੀ, ਖਾਸ ਕਰਕੇ ਉਸ ਹਾਲਾਤ ਵਿੱਚ ਜਦੋਂ ਸਿੱਖ ਪੰਥ ਅੰਦਰਲੇ ਕੁਝ ਜਾਗਰੂਕ ਵਰਗਾਂ ਵੱਲੋਂ ਉਹਨਾਂ ਦੀ ਹਰ ਹਰਕਤ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ ਅਤੇ ਉਹਨਾਂ ਦੀ ਹਰ ਥਿੜਕਣ ਦਾ ਫੌਰੀ ਤੌਰ 'ਤੇ ਤਿੱਖਾ ਨੋਟਿਸ ਲਿਆ ਜਾ ਰਿਹਾ ਸੀ। ਉਸ ਵੇਲੇ ਬੀਬੀ ਰਜਿੰਦਰ ਕੌਰ ਵੱਲੋਂ ਖਾਸ ਤੌਰ 'ਤੇ ਅਜਿਹੀ ਉਸਾਰੂ ਨੁਕਤਾਚੀਨੀ ਭੂਮਿਕਾ ਨਿਭਾਈ ਗਈ। ਉਹ ਸਿੰਘ ਸਾਹਿਬਾਨ ਤੇ ਅਕਾਲੀ ਆਗੂਆਂ ਦੀ ਹਰ ਥਿੜਕਣਬਾਜ਼ੀ ਦੀ ਤਿੱਖੀ ਵਿੜਕ ਰੱਖਦੀ ਰਹੀ ਅਤੇ ਸੰਤ ਸਿਪਾਹੀ ਨਾਂ ਦੇ ਆਪਣੇ ਮਾਸਿਕ ਪਰਚੇ ਰਾਹੀਂ ਇਸ ਬਾਰੇ ਸਿੱਖ ਪੰਥ ਨੂੰ ਲਗਾਤਾਰ ਸੂਚਿਤ ਤੇ ਸੁਚੇਤ ਕਰਦੀ ਰਹੀ। ਕਈ ਮੌਕਿਆਂ 'ਤੇ ਫੌਜੀ ਜਰਨੈਲਾਂ ਤੇ ਸਰਕਾਰੀ ਅਧਿਕਾਰੀਆਂ ਦੀ ਬਣੀ ਬਣਾਈ ਖੇਡ ਇਸ ਵਜ੍ਹਾ ਕਰਕੇ ਹੀ ਖਰਾਬ ਹੋ ਜਾਂਦੀ ਰਹੀ। ਇਸ ਕਾਰਨ ਕਰਕੇ ਜਨਰਲ ਕੁਲਦੀਪ ਸਿੰਘ ਬਰਾੜ ਕੋਲੋਂ ਆਪਣੀ ਪੁਸਤਕ ਅੰਦਰ ਬੀਬੀ ਰਜਿੰਦਰ ਕੌਰ ਪ੍ਰਤੀ ਆਪਣੇ ਮਨ ਦੀ ਔਖ ਤੇ ਕੁੜੱਤਣ ਛੁਪਾਈ ਨਹੀਂ ਸੀ ਜਾ ਸਕੀ। ਸੋ ਇਸ ਪੰਥ ਦਬਾਅ ਨੇ ਸਿੰਘ ਸਾਹਿਬਾਨ ਨੂੰ ਕਾਰ ਸੇਵਾ ਦੇ ਮਸਲੇ 'ਤੇ ਕਰੜਾ ਸਰਕਾਰ ਵਿਰੋਧੀ ਰੁਖ ਅਖਤਿਆਰ ਕਰਨ ਲਈ ਮਜਬੂਰ ਕਰ ਦਿੱਤਾ ਸੀ। ਨਤੀਜੇ ਵਜੋਂ ਇਸ ਮਸਲੇ 'ਤੇ ਸਰਕਾਰੀ ਧਿਰ ਤੇ ਸਿੰਘ ਸਾਹਿਬਾਨ ਵਿਚਕਾਰ ਮਹੀਨਾ ਭਰ ਰੇੜਕਾ ਚੱਲਦਾ ਰਿਹਾ। ਇਸ ਦੌਰਾਨ ਕਈ ਸਾਰੀਆਂ ਤਜਵੀਜ਼ਾਂ ਉੱਤੇ ਵਿਚਾਰ ਹੋਈਆਂ ਅਤੇ ਘੁੰਡੀ ਖੋਲ੍ਹਣ ਲਈ ਕਈ ਸਾਰੀਆਂ ਤਰਕੀਬਾਂ ਘੜੀਆਂ ਗਈਆਂ। ਹਮੇਸ਼ਾ ਵਾਂਗ ਹੀ ਭਾਰਤੀ ਆਪਣੇ ਮਨੋਰਥਾਂ ਬਾਰੇ ਜਿੰਨੇ ਸਪਸ਼ਟ ਤੇ ਦ੍ਰਿੜ ਚਿੱਤ ਸਨ, ਸਿੱਖ ਸਾਹਿਬਾਨ ਤੇ ਅਕਾਲੀ ਆਗੂ ਉਨੇ ਹੀ ਉਲਝੇ ਹੋਏ ਤੇ ਡਾਵਾਡੋਲ ਸਨ। ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਪਿੱਛੇ ਭਾਰਤੀ ਹਾਕਮਾਂ ਦਾ ਸਭ ਨਾਲੋਂ ਪ੍ਰਮੁੱਖ ਮਨੋਰਥ ਇਸ ਪਾਵਨ ਅਸਥਾਨ ਉੱਤੇ ਸਿੱਖਾਂ ਦੇ ਦਾਅਵੇ ਨੂੰ ਚੁਣੌਤੀ ਦੇਣਾ ਸੀ। ਦਰਬਾਰ ਸਾਹਿਬ ਦੀ ਸਥਾਪਨਾ ਦੇ ਵੇਲੇ ਤੋਂ ਹੀ ਸਿੱਖਾਂ ਅੰਦਰ ਇਸ ਪਾਵਨ ਅਸਥਾਨ ਨੂੰ ਕਿਸੇ ਦੁਨਿਆਵੀ ਸੱਤਾ ਦੇ ਅਧਿਕਾਰ ਖੇਤਰ ਤੋਂ ਸੁਤੰਤਰ ਅਥਵਾ ਖੁਦ ਮੁਖਤਿਆਰ ਸਮਝਣ ਦੀ ਰੀਤ ਤੁਰੀ ਆ ਰਹੀ ਹੈ। ਸਿੱਖਾਂ ਨੇ ਇਤਿਹਾਸ ਅੰਦਰ ਬੇਸ਼ੁਮਾਰ ਕੁਰਬਾਨੀਆਂ ਦੇ ਕੇ ਇਸ ਰੀਤ ਨੂੰ ਪਾਲਿਆ ਹੈ। ਇਹਨਾਂ ਕੁਰਬਾਨੀਆਂ ਦਾ ਹੀ ਪ੍ਰਤਾਪ ਸੀ ਕਿ ਬਕੌਲ ਹਰਬੀਰ ਸਿੰਘ ਭੰਵਰ ਅੰਮ੍ਰਿਤਸਰ ਵਿੱਚ ਜਦੋਂ ਵੀ ਕੋਈ ਅੰਗਰੇਜ਼ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਸੀ, ਉਸ ਨੂੰ ਇਹ ਕਿਹਾ ਜਾਂਦਾ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਨੂੰ ਆਪਣਾ ਇਲਾਕਾ ਨਾ ਸਮਝੇ, ਇਸ ਪਾਵਨ ਸਥਾਨ ਲਈ ਆਪਣੇ ਆਪ ਨੂੰ ਹਾਕਮ ਨਾ ਸਮਝੇ, ਸਗੋਂ ਇੱਕ ਸਫੀਰ ਸਮਝੇ। ਇਸ ਗੱਲ ਦਾ ਪ੍ਰਗਟਾਵਾ ਇੱਕ ਡਿਪਟੀ ਕਮਿਸ਼ਨਰ ਮਿਸਟਰ ਮੂਨ ਨੇ ਆਪਣੀ ਸਵੈ ਜੀਵਨੀ ਵਿੱਚ ਕੀਤਾ ਹੈ। ਭਾਰਤ ਦੇ ਹਿੰਦੂ ਹਾਕਮ ਦਰਬਾਰ ਸਾਹਿਬ ਉੱਤੇ ਸਿੱਖਾਂ ਦਾ ਇਹ ਦਾਅਵਾ ਤੇ ਮਾਣ ਤੋੜਨਾ ਚਾਹੁੰਦੇ ਸਨ। ਉਹ ਸਿੱਖਾਂ ਨੂੰ ਇਹ ਸਾਫ਼ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਦਰਬਾਰ ਸਾਹਿਬ ਅੰਦਰ ਸਿੱਖਾਂ ਦਾ ਨਹੀਂ, ਭਾਰਤੀ ਰਾਜ ਦਾ ਕਾਨੂੰਨ ਲਾਗੂ ਹੋਵੇਗਾ। ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਕਿਹੜੀ ਸਰਗਰਮੀ ਜਾਇਜ਼ ਹੈ ਤੇ ਕਿਹੜੀ ਨਾਜਾਇਜ਼ ਹੈ, ਇੱਥੇ ਕਿਹੜਾ ਹਥਿਆਰ ਲੈ ਕੇ ਜਾਣਾ ਸਹੀ ਹੈ ਤੇ ਕਿਹੜਾ ਗਲਤ ਹੈ, ਇਸ ਦੇ ਚੁਫੇਰੇ ਕਿਹੜੀ ਇਮਾਰਤ ਢਾਉਣੀ ਤੇ ਕਿਹੜੀ ਰੱਖਣੀ ਹੈ, ਇਹਨਾਂ ਗੱਲਾਂ ਦਾ ਫੈਸਲਾ ਸਿੱਖਾਂ ਨੇ ਨਹੀਂ ਕਰਨਾ, ਭਾਰਤ ਦੀ ਸਰਕਾਰ ਨੇ ਕਰਨਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਭਾਰਤ ਦੇ ਹਾਕਮਾਂ ਦੀ ਇਹੋ ਲੜਾਈ ਸੀ। ਉਸ ਵੇਲੇ ਵੀ ਅਕਾਲੀ ਲੀਡਰਸ਼ਿਪ ਦਾ ਇੱਕ ਵਰਗ ਇਸ ਮੂਲ ਮੁੱਦੇ ਉੱਤੇ ਸੰਤ
ਜਰਨੈਲ ਸਿੰਘ ਦੇ ਖਿਲਾਫ ਭਾਰਤੀ ਹਾਕਮਾਂ ਦਾ ਪੱਖ ਪੂਰਦਾ ਰਿਹਾ ਸੀ ਅਤੇ ਹਮਲੇ ਤੋਂ ਬਾਅਦ ਵੀ ਇਸ ਮੁੱਦੇ ਬਾਰੇ ਇਸ ਵਰਗ ਦੀ ਸੂਰ ਭਾਰਤੀ ਹਾਕਮਾਂ ਨਾਲ ਵਧੇਰੇ ਮਿਲਦੀ ਸੀ। ਸਿੰਘ ਸਾਹਿਬਾਨ ਤੇ ਅਕਾਲੀ ਆਗੂਆਂ ਦੀ ਭਾਰਤੀ ਫੌਜ ਦੇ ਜਰਨੈਲਾਂ ਨਾਲ ਮਹੀਨਾ ਭਰ ਚੱਲਦੀ ਰਹੀ ਗੱਲਬਾਤ ਦੇ ਵੇਰਵੇ ਅਤੇ ਅੰਤ ਵਿੱਚ ਜਾ ਕੇ 16 ਜੁਲਾਈ ਨੂੰ ਦੋਵਾਂ ਧਿਰਾਂ ਵਿਚਕਾਰ ਜੋ ਲਿਖਤੀ ਸਹਿਮਤੀ ਹੋਈ ਉਸ ਤੋਂ ਇਸ ਦੀ ਪ੍ਰਤੱਖ ਰੂਪ ਵਿੱਚ ਪੁਸ਼ਟੀ ਹੋ ਜਾਂਦੀ ਹੈ। ਭਾਰਤ ਸਰਕਾਰ ਕੰਪਲੈਕਸ ਦੇ ਅੰਦਰ ਫੌਜ ਮੌਜੂਦ ਰੱਖਣ ਲਈ ਪੂਰੀ ਤਰ੍ਹਾਂ ਵਾਜਿਦ ਸੀ, ਪਰ ਅਕਾਲੀ ਆਗੂ ਤੇ ਸਿੰਘ ਸਾਹਿਬਾਨ ਇਸ ਮੁੱਦੇ ਬਾਰੇ ਦੋ ਟੁਕ ਤੇ ਖਰੀ ਪੋਜੀਸ਼ਨ ਲੈਣ ਦੀ ਬਜਾਏ ਕੋਈ ਵਿੱਚ ਵਿਚਾਲੇ ਦਾ ਰਾਹ ਅਖਤਿਆਰ ਕਰਨ ਦੀ ਰੁਚੀ ਪ੍ਰਗਟਾਉਂਦੇ ਰਹੇ। ਗਿਆਨੀ ਕਿਰਪਾਲ ਸਿੰਘ ਜੀ ਖੁਦ ਹੀ ਲਿਖਦੇ ਹਨ ਕਿ 16 ਜੁਲਾਈ ਨੂੰ ਸਿੰਘ ਸਾਹਿਬਾਨ ਦੀ ਫੌਜ ਦੇ ਜਰਨੈਲ ਨਾਲ ਮੀਟਿੰਗ ਹੋਈ ਤਾਂ ਜਰਨੈਲਾਂ ਵੱਲੋਂ ਉਬਰਾਏ ਇਹੋ ਰੱਟ ਲਾਈ ਜਾਂਦੇ ਕਿ ਤੁਸੀਂ ਅਖੰਡ ਪਾਠ ਆਰੰਭ ਕਰੋ, ਤੀਜੇ ਦਿਨ ਭੋਗ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਉਣਾ ਸ਼ੁਰੂ ਕਰ ਦਿਓ। ਉਨਾ ਸਮਾਂ ਫੌਜ ਅੰਦਰ ਰਹੇਗੀ, ਜਦ ਸਾਰੀ ਇਮਾਰਤ ਢੱਠ ਜਾਏਗੀ ਤਾਂ ਅਸੀਂ ਫਿਰ ਫੌਜ ਬਾਹਰ ਕੱਢ ਲਵਾਂਗੇ। ਸਿੰਘ ਸਾਹਿਬਾਨ ਨੇ ਇਸ ਦੇ ਜਵਾਬ ਵਿੱਚ ਇੰਨੀ ਗੱਲ ਤਾਂ ਠੀਕ, ਫੌਜ ਬਾਹਰ ਕੱਢੋ, ਉਸ ਤੋਂ ਬਾਅਦ ਫਿਰ ਅਸੀਂ ਸੋਚਾਂਗੇ ਕਿ ਪਹਿਲਾਂ ਕਿਹੜੀ ਸੇਵਾ ਕਰਨੀ ਹੈ। ਪਰੰਤੂ ਇਸ ਤੋਂ ਅਗਲੀ ਗੱਲਬਾਤ ਦੌਰਾਨ ਉਹ ਇਸ ਪੋਜੀਸ਼ਨ ਉੱਤੇ ਗੱਡਵੇਂ ਪੈਰੀ ਖੜੇ ਨਾ ਰਹਿ ਸਕੇ। ਉਹ ਗੱਲਬਾਤ ਵਿੱਚ ਬੇਲੋੜਾ ਉਲਝਦੇ ਅਤੇ ਲਗਾਤਾਰ ਥਿੜਕਦੇ ਤੇ ਸਿਰਕਦੇ ਤੁਰੇ ਗਏ। ਮਿਸਾਲ ਵਜੋਂ ਜਰਨੈਲ ਫੌਜ ਨੂੰ ਅੰਦਰ ਰੱਖਣ ਲਈ ਕਦੇ ਇੱਕ ਤੇ ਕਦੇ ਦੂਜਾ ਬਹਾਨਾ ਘੜਦੇ ਰਹੇ ਅਤੇ ਆਪਣੀ ਗੱਲ ਮਨਵਾਉਣ ਲਈ ਭਾਂਤ ਸੁਭਾਤੀਆਂ ਤਜਵੀਜ਼ਾਂ ਪੇਸ਼ ਕਰਦੇ ਰਹੇ, ਪਰ ਸਿੰਘ ਸਾਹਿਬਾਨ ਉਹਨਾਂ ਨੂੰ ਤੋੜ ਕੇ ਜਵਾਬ ਨਾ ਦੇ ਸਕੇ ਅਤੇ ਉਹਨਾਂ ਨਾਲ ਇਸ ਮਸਲੇ 'ਤੇ ਰਾਤ ਦੇ 1:30 ਵਜੇ ਤੱਕ ਰਾਏ ਮਸ਼ਵਰਾ ਕਰਦੇ ਰਹੇ, ਜਿਹੜਾ ਕਿ ਉੱਕਾ ਹੀ ਬੇਮਤਲਬ ਤੇ ਬੇਲੋੜਾ ਸੀ। ਇਸ ਮਸਲੇ 'ਤੇ ਬੀਬੀ ਰਜਿੰਦਰ ਕੌਰ ਦੁਆਰਾ ਹਾਰਿਆ ਗਿਆ ਇਹ ਸਿਧਾਂਤ ਦ੍ਰਿਸ਼ਟੀਕੋਣ ਬਿਲਕੁਲ ਸਹੀ ਤੇ ਢੁਕਵਾਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪਸ਼ਟ ਮੰਗ ਕਰਨੀ ਚਾਹੀਦੀ ਹੈ ਕਿ ਫੌਜ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕੱਢਿਆ ਜਾਵੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਸੇਵਾ ਕਿਸ ਤਰ੍ਹਾਂ ਕਰਵਾਉਣੀ ਹੈ ਤੇ ਕਿਸ ਨੇ ਕਰਵਾਉਣੀ ਹੈ। ਫੌਜ ਦੇ ਦਰਬਾਰ ਸਾਹਿਬ ਤੋਂ ਨਹੀਂ ਨਿਕਲਦੀ ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਆਖਰ ਕਿਤਨੀ ਦੇਰ ਬੈਠੀ ਰਹੇਗੀ। ਸਰਕਾਰੀ ਸੇਵਾ ਤਾਂ ਸਿੱਖ ਸੰਗਤਾਂ ਨੇ ਕਬੂਲਣੀ ਨਹੀਂ ਤੇ ਸਰਕਾਰ ਨੇ ਪੰਥ ਦੀ ਚਟਾਨ ਨਾਲ ਮੱਥਾ ਮਾਰਨਾ ਨਹੀਂ, ਸਰਕਾਰ ਦਾ ਹੀ ਮੱਥਾ ਪਾਟੇਗਾ। ਜੇ ਸਰਕਾਰ ਪੰਥ ਨਾਲ ਮੱਥਾ ਮਾਰੇਗੀ ਤਾਂ ਸਰਕਾਰ ਦਾ ਹੀ ਮੱਥਾ ਪਾਟੇਗਾ, ਪੰਥ ਦਾ ਕੁਝ ਨਹੀਂ ਵਿਗੜਨਾ। ਜਿਤਨੀ ਦੇਰ ਜ਼ਿਆਦਾ ਦਰਬਾਰ ਸਾਹਿਬ ਫੌਜੀ ਕਬਜ਼ੇ ਵਿੱਚ ਰਹੇਗਾ ਉਤਨਾ ਹੀ ਸਿੱਖ ਜਗਤ ਵਿੱਚ ਜ਼ਿਆਦਾ ਗੁੱਸਾ ਤੇ ਜੋਸ਼ ਵਧੇਗਾ। ਇਹ ਜੋਸ਼ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਵੇਗਾ। ਉਪਰੋਕਤ ਮੀਟਿੰਗ ਦੇ ਅਖੀਰ ਵਿੱਚ ਜਾ ਕੇ ਜੋ ਸਮਝੌਤਾ ਹੋਇਆ ਉਸ ਵਿੱਚ ਸਿੰਘ ਸਾਹਿਬਾਨ ਨੇ ਦਰਬਾਰ ਸਾਹਿਬ ਬਾਰੇ ਸਰਕਾਰੀ ਧਿਰ ਦੇ ਬੁਨਿਆਦੀ ਸਿਧਾਂਤਕ ਪੈਤੜੇ ਨਾਲ ਆਪਣੀ ਰਜ਼ਾਮੰਦੀ ਪ੍ਰਗਟਾ ਦਿੱਤੀ ਸੀ, ਜਿਵੇਂ ਕਿ ਸਰਕਾਰੀ ਧਿਰ ਦੀ ਇਹ ਪ੍ਰਮੁੱਖ ਦਲੀਲ ਤੇ ਸ਼ਰਤ ਪ੍ਰਵਾਨ ਕਰ ਲਈ ਗਈ ਸੀ ਕਿ ਸ਼੍ਰੋਮਣੀ ਕਮੇਟੀ ਕੰਪਲੈਕਸ ਦੇ ਅੰਦਰ ਅਮਨ ਕਾਨੂੰਨ ਯਕੀਨੀ ਬਣਾਏਗੀ ਅਤੇ ਇਹ ਵੀ ਯਕੀਨੀ ਬਣਾਏਗੀ ਕਿ ਕੋਈ ਹਥਿਆਰ ਸਿਵਾਏ ਰਵਾਇਤੀ ਸਿੱਖ ਸ਼ਸਤਰਾਂ ਤੋਂ ਕੰਪਲੈਕਸ ਅੰਦਰ ਨਹੀਂ ਜਾਵੇਗਾ। ਕੰਪਲੈਕਸ ਅੰਦਰ ਅਮਨ ਕਾਨੂੰਨ ਯਕੀਨੀ ਬਣਾਉਣ ਤੋਂ ਸਰਕਾਰ ਦੀ ਜੋ ਮੁਰਾਦ ਸੀ ਉਸ ਬਾਰੇ ਕਿਸੇ ਨੂੰ ਵੀ ਕੋਈ ਭੁਲੇਖਾ ਨਹੀਂ ਸੀ, ਨਾ ਸਿੰਘ ਸਾਹਿਬਾਨ ਨੂੰ ਤੇ ਨਾ ਸਿੱਖ ਸੰਗਤਾਂ ਨੂੰ। ਇਸ ਯਕੀਨ ਦਹਾਨੀ ਦਾ ਅਸਲੀ ਪ੍ਰਭਾਵ ਇਹ ਸੀ ਕਿ ਸ਼੍ਰੋਮਣੀ ਕਮੇਟੀ ਕੰਪਲੈਕਸ ਦੇ ਅੰਦਰ ਭਾਰਤੀ ਰਾਜ ਤੇ ਸਰਕਾਰ ਦੇ ਵਿਰੁੱਧ ਰਾਜਨੀਤਿਕ ਪੰਥ ਸਰਗਰਮੀਆਂ ਨਹੀਂ ਹੋਣ ਦੇਵੇਗੀ। ਵੱਧ ਠੋਸ ਅਰਥਾਂ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਕੰਪਲੈਕਸ ਅੰਦਰ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਨ ਉੱਤੇ ਪਾਬੰਦੀ ਲਾਉਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਐਲਾਨ ਤੇ ਇਕਰਾਰ ਸੀ। ਜਿੱਥੋਂ ਤੱਕ ਦਰਬਾਰ ਸਾਹਿਬ ਕੰਪਲੈਕਸ ਅੰਦਰ ਹਥਿਆਰ ਲਿਜਾਣ ਦੀ ਗੱਲ ਹੈ, ਇਸ ਬਾਰੇ ਬੀਬੀ ਰਜਿੰਦਰ ਕੌਰ ਦੀ ਦਲੀਲ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਨੀ ਗੁਰੂ ਹਰਗੋਬਿੰਦ ਸਾਹਿਬ ਨੇ ਦੇ ਹੁਕਮਨਾਮੇ ਮੌਜੂਦ ਹਨ, ਜਿਨ੍ਹਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਮੇਰੇ ਸਨਮੁਖ ਹਰ ਸਿੱਖ ਤਿਆਰ ਬਰ ਤਿਆਰ ਸ਼ਸਤਰ ਸਜਾ ਕੇ ਆਵੇ। ਸਿੱਖੀ ਸਿਧਾਂਤਾਂ ਅਨੁਸਾਰ ਬਸਤਰਾਂ ਵਾਂਗ ਸ਼ਸਤਰ ਸਿੰਘਾਂ ਦਾ ਇੱਕ ਸ਼ਿੰਗਾਰ ਹੀ ਹਨ। 1947 ਦੇ ਫਸਾਦਾਂ ਵਿੱਚ ਦਰਬਾਰ ਸਾਹਿਬ ਦੀ ਰੱਖਿਆ ਲਈ ਇੱਥੇ ਹਰ ਕਿਸਮ ਦਾ ਜਾਇਜ਼ ਨਜਾਇਜ਼ ਅਸਲਾ ਇਕੱਠਾ ਕੀਤਾ ਗਿਆ ਸੀ। ਵੱਡੇ ਵੱਡੇ ਕਾਂਗਰਸੀ ਤੇਜਾ ਸਿੰਘ
ਸਮੁੰਦਰੀ ਹਾਲ ਅਤੇ ਗੁਰੂ ਰਾਮਦਾਸ ਨਿਵਾਸ ਤੋਂ ਭਾਰਤ ਆਪਣੀ ਰੱਖਿਆ ਲਈ ਅਸਲਾ ਤੇ ਬੰਬ ਖੜਿਆ ਕਰਦੇ ਸਨ। ਇਸ ਕਰਕੇ ਦਰਬਾਰ ਸਾਹਿਬ ਅੰਦਰ ਅਸਲਾ ਨਾ ਆਉਣ ਦੀ ਗੱਲ ਸਿੱਖਾਂ ਨੂੰ ਇੱਕ ਵਾਧੂ ਜਿਹੀ ਸ਼ਰਤ ਮੰਨਣ ਦੇ ਬਰਾਬਰ ਲੱਗਦੀ ਸੀ। ਸਿੱਖਾਂ ਨੂੰ ਇੱਕ ਵਾਧੂ ਜਿਹੀ ਸ਼ਰਤ ਮੰਨਣ ਦੇ ਬਰਾਬਰ ਲੱਗਦੀ ਸੀ ਕਿ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।